Yes, good afternoon, everyone. Good afternoon, class. I welcome you all. ਵੈਲਕਮ ਬੈਕ ਵਿਦ ਦ ਨਿਊ ਸੈਸ਼ਨ एवरीवन। ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਆਪਾਂ ਲਿਟਰੇਰੀ ਡਿਵਾਈਸ ਵਾਲਾ ਟੌਪਿਕ ਸਟਾਰਟ ਕਰਿਆ ਹੋਇਆ ਸੀ। ਹਰ ਸੈਟਰਡੇ ਦੇ ਵਿੱਚ ਆਪਾਂ ਲਿਟਰੇਰੀ ਟਰਮਸ ਨੂੰ ਡਿਸਕਸ ਕਰਦੇ ਹਾਂ, ਜਿੰਦੇ ਵਿੱਚ 3 ਤੋਂ 4 ਡੇਲੀ ਲਿਟਰੇਰੀ ਟਰਮਸ ਰਿਵਾਈਜ਼ ਕਰਵਾਈਆਂ ਜਾਂਦੀਆਂ ਨੇ। ਇਨ ਕੇਸ ਕਿਸੇ ਬੱਚੇ ਨੇ ਜੇਕਰ ਆਹ ਵਾਲਾ ਪੂਰਾ ਚੈਪਟਰ ਨਹੀਂ ਕਰਿਆ ਤਾਂ ਤੁਸੀਂ ਜੇਕਰ ਆਪਣੀ ਆਹ ਵਾਲੇ ਸੈਸ਼ਨ ਲਗਾ ਲੈਂਦੇ ਹੋ ਡੇਲੀ, ਜਿਹੜੇ ਸੈਟਰਡੇ ਲੱਗਿਆ ਜਾਂਦਾ ਲਿਟਰੇਰੀ ਡਿਵਾਈਸ ਵਾਲਾ, ਤਾਂ ਇਹਦੇ ਨਾਲ ਤੁਹਾਡਾ ਟੌਪਿਕ ਡੈਫੀਨੇਟਲੀ ਕੰਪਲੀਟ ਹੋ ਜਾਏਗਾ। ਤੁਹਾਨੂੰ ਅਲੱਗ ਤੋਂ ਇਸ ਤੋਂ ਕੁਝ ਵੀ ਬਾਹਰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਆਈ ਹੋਪ ਕਿ ਸਾਰੇ ਬੱਚਿਆਂ ਨੂੰ ਆਵਾਜ਼ ਤੇ ਪਿਕਚਰ ਵਿਜ਼ੂਅਲਾਈਜ਼ੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਈ ਹੋਏਗੀ। ਹਾਂਜੀ, ਬਿਲਕੁਲ ਠੀਕ ਹੈ। ਓਕੇ, ਲੈਟਸ ਸਟਾਰਟ ਵਿਦ ਦ ਆਰ ਫਰਸਟ ਲਿਟਰੇਰੀ ਡਿਵਾਈਸ। ਸੋ ਉਸ ਤੋਂ ਪਹਿਲਾਂ ਪੀਐਸ ਚੈਟ ਸੀਟੈਟ ਦਾ ਆਪਣਾ ਜਿਹੜਾ ਨਿਊ ਬੈਚ ਹੈ 5th ਜਨ ਤੋਂ ਸਟਾਰਟ ਹੋਣ ਵਾਲਾ ਹੈ ਰਾਜੇ 2026 ਨੂੰ। ਸੋ ਜਿੰਨਾ ਬੱਚਿਆਂ ਨੇ ਹਾਲੇ ਤੱਕ ਇਨਰੋਲ ਨਹੀਂ ਕਰਵਾਇਆ, ਮੇਕ ਸ਼ੋਰ ਤੁਸੀਂ ਇਸ ਦਿੱਤੇ ਹੋਏ ਨੰਬਰ ਤੇ ਇਨਰੋਲ ਕਰਵਾ ਸਕਦੇ ਹੋ ਤਾਂ ਕਿ ਡੈਮੋ ਕਲਾਸਿਸ ਵੀ ਤੁਹਾਨੂੰ ਟਾਈਮ ਤੇ ਅਵੇਲੇਬਲ ਹੋ ਜਾਣ। ਠੀਕ ਹੈ, ਬਾਕੀ ਮਾਸਟਰ ਕੈਡਰ ਵਾਲੇ ਬੈਚ ਤੁਸੀਂ ਡੈਫੀਨੇਟਲੀ ਦੇਖ ਲੈਣਾ, ਆਈਡੀਟੀ ਕੈਡਰ ਦਾ ਵੀ ਬੈਚ ਅਕੋਰਡਿੰਗ ਟੂ ਯਰ ਪ੍ਰੈਫਰੈਂਸ। ਆਪਣੇ ਇਹ ਜਿਹੜਾ ਹੈ YouTube ਦਾ ਅਲੱਗ-ਅਲੱਗ ਟੀਚਰ ਦਾ ਟਾਈਮ ਟੇਬਲ ਹੈ, ਇਹਨੂੰ ਇੱਕ ਵਾਰੀ ਜ਼ਰੂਰ ਧਿਆਨ ਨਾਲ ਦੇਖ ਲੈਣਾ। ਚਾਹੇ ਉਹ ਐਸਐਸਟੀ ਵਾਲਾ ਬੱਚਾ ਹੈ, ਮੈਥ ਸਾਇੰਸ ਵਾਲਾ ਹੈ ਜਾਂ ਸਿੰਪਲ ਈਟੀਟੀ ਵਾਲਾ, ਸਾਰੇ ਹੀ ਜਿਹੜੇ ਤੁਹਾਡੇ ਲੈਕਚਰ ਨੇ ਹੈਲਪਫੁਲ ਰਹਿਣ ਵਾਲੇ ਹੋਣਗੇ। ਦੈਨ ਟੈਲੀਗ੍ਰਾਮ ਗਰੁੱਪ ਆਪਣਾ ਪੀਐਸ ਚੈਟ ਦਾ ਤੇ ਆਪਣੇ ਪੀਐਸ ਚੈਟ 1 ਈਟੀਟੀ ਦੇ ਲਈ ਜੇਕਰ ਤੁਸੀਂ ਆਪਣਾ ਫ੍ਰੀ WhatsApp ਗਰੁੱਪ ਜੁਆਇਨ ਨਹੀਂ ਕਰਿਆ ਤਾਂ ਵਿਦ ਦਾ ਹੈਲਪ ਆਫ QR ਕੋਡ ਇਹਨੂੰ ਜੁਆਇਨ ਕਰ ਲੈਣਾ। ਠੀਕ ਹੈ, ਸੋ ਲੈਟਸ ਬਿਗਿਨ ਵਿਦ ਦਾ ਫਰਸਟ ਰਿਟੋਰੀਕਲ ਡਿਵਾਈਸ, ਦੈਟ ਇਜ਼ ਅ ਸਿਮਿਲੀ। ਸਿਮਿਲੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਕਿਉਂਕਿ ਲਿਟਰੇਰੀ ਡਿਵਾਈਸ ਦੇ ਵਿੱਚੋਂ ਸਭ ਤੋਂ ਬੇਸਿਕ ਟਰਮ ਜਿਹੜੀ ਹੈ ਉਹ ਆਪਣੀ ਸਿਮਿਲੀ ਹੈ। ਠੀਕ ਹੈ, ਇਹਨੂੰ ਆਪਾਂ ਸਮਾਈਲ ਨਹੀਂ ਕਹਿੰਦੇ, ਇਹਨੂੰ ਆਪਾਂ ਸਿਮਿਲੀ ਕਹਿ ਦਿੰਦੇ ਹਾਂ। ਸਿਮਿਲੀ ਦਾ ਮਤਲਬ ਕੀ ਹੁੰਦਾ ਹੈ? ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ। ਕੰਪੈਰੀਜ਼ਨ ਕੀ ਹੁੰਦਾ ਰਾਜੇ? ਆਪਾਂ ਜਦੋਂ ਪੈਡਾਗੋਜੀ ਪੜ੍ਹਾਉਂਦੇ ਆਪਾਂ ਬੱਚਿਆਂ ਨੂੰ ਕਹਿੰਦੇ ਹਾਂ ਨਾ, ਜਾਂ ਐਜ਼ ਅ ਟੀਚਰ ਵੀ ਤੁਸੀਂ ਇਹ ਚੀਜ਼ ਪੜ੍ਹੀ ਹੋਏਗੀ, ਕਦੇ ਵੀ ਆਪਾਂ ਇੱਕ ਬੱਚਾ ਦੂਸਰੇ ਬੱਚੇ ਦੇ ਨਾਲ ਕਦੇ ਵੀ ਕੰਪੈਰੀਜ਼ਨ ਨਹੀਂ ਕਰਵਾਉਣਾ, ਹੈ ਨਾ। ਕਿਉਂ? ਕਿਉਂਕਿ ਉਹਦੇ ਨਾਲ ਬੱਚਾ ਡੀਮੋਟੀਵੇਟ ਹੋ ਜਾਂਦਾ। ਬਟ ਇੱਥੇ ਕੰਪੈਰੀਜ਼ਨ ਦਾ ਮਤਲਬ ਕੀ ਹੈ ਕਿ ਫੋਰ ਐਗਜ਼ਾਮਪਲ ਜੇਕਰ ਤੁਸੀਂ ਮੇਰੀ ਤਾਰੀਫ ਕਰ ਰਹੇ ਹੋ, ਹੈ ਨਾ, ਜਾਂ ਮੈਂ ਤੁਹਾਡੀ ਤਾਰੀਫ ਕਰ ਰਹੀ ਹਾਂ, ਤਾਂ ਮੈਂ ਜੇਕਰ ਤਾਰੀਫ ਦੇ ਵਿੱਚ ਐਜ਼ ਵਰਡ ਯੂਜ਼ ਕਰਾਂ, ਲਾਈਕ ਵਰਡ ਯੂਜ਼ ਕਰਾਂ, ਤਾਂ ਉਹਨੂੰ ਆਪਾਂ ਸਿਮਿਲੀ ਕਹਿ ਦਿੰਦੇ ਹਾਂ। ਠੀਕ ਹੈ, ਲੈਟਸ ਸੀ। ਇਨ ਅ ਸਿਮਿਲੀ ਅ ਡਾਇਰੈਕਟ ਕੰਪੈਰੀਜ਼ਨ ਇਜ਼ ਮੇਡ ਬਿਟਵੀਨ ਟੂ ਪਰਸਨ। ਡਾਇਰੈਕਟ ਕੰਪੈਰੀਜ਼ਨ ਕਹਿ ਰਹੇ ਨੇ ਰਾਜੇ। ਸਿਮਿਲੀ ਦੇ ਵਿੱਚ ਜਿਹੜਾ ਹੈ ਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ ਬਿਟਵੀਨ ਟੂ ਪਰਸਨ, ਦੋ ਪਰਸਨ ਦੇ ਵਿਚਕਾਰ। ਠੀਕ ਹੈ, ਔਰ ਥਿੰਗਸ ਯੂਜ਼ਿੰਗ ਦਾ ਵਰਡ ਐਜ਼ ਔਰ ਲਾਈਕ। ਬਸ ਇੰਨਾ ਗੱਲ ਯਾਦ ਰੱਖਿਆ ਜੇ। ਜਿੱਥੇ ਵਰਡ ਆਪਾਂ ਐਗਜ਼ਾਮਪਲ ਦੇ ਵਿੱਚ ਦੇਖਿਆ, ਕਿਉਂਕਿ ਪੇਪਰ 'ਚ ਕੁਐਸਚਨ ਐਵੇਂ ਬਣੇਗਾ, ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਗੇ। ਫੋਰ ਇੰਸਟੈਂਸ ਆਹ ਵਾਲੀ ਐਗਜ਼ਾਮਪਲ ਦਿੱਤੀ ਹੈ, ਦੇ ਫੋਟ ਲਾਈਕ ਕੈਟ ਐਂਡ ਡੌਗਸ। ਠੀਕ ਹੈ, ਹੁਣ ਇਹਦੇ 'ਚ ਤੁਸੀਂ ਇਹ ਦੱਸਣਾ ਹੈ ਕਿ ਆਪਣੀ ਸਿਮਿਲੀ ਹੈ, ਮੈਟਾਫਰ ਹੈ, ਪਰਸੋਨੀਫਿਕੇਸ਼ਨ ਹੈ, ਜਾਂ ਡੀ ਆਪਸ਼ਨ ਨਨ ਆਫ ਦੀ ਅਬਵ। ਠੀਕ ਹੈ, ਇਟ ਮੀਨਸ ਜੇਕਰ ਲਾਈਕ ਲੱਗਿਆ, ਇਸ ਤੋਂ ਬਾਅਦ ਜੇਕਰ ਐਜ਼ ਲੱਗਿਆ, ਤਾਂ ਇਟ ਮੀਨਸ ਕਿੰਦੀ ਗੱਲ ਹੋ ਰਹੀ ਹੈ? ਸਿਮਿਲੀ ਦੀ। ਪੁਆਇੰਟ ਕਲੀਅਰ ਹੋ ਗਿਆ। ਸਿਮਿਲੀ ਦੇ ਵਿੱਚ ਆਪਾਂ ਕੰਪੈਰੀਜ਼ਨ ਕਰਦੇ ਹਾਂ ਦੋ ਪਰਸਨ ਦਾ, ਐਜ਼ ਲਗਾ ਕੇ, ਲਾਈਕ ਲਗਾ ਕੇ, ਜਸਟ ਵੀ ਆਪਾਂ ਯੂਜ਼ ਕਰ ਲੈਣਾ ਜਸਟ ਐਜ਼। ਸਿੰਪਲ ਜਿਹੀ ਐਗਜ਼ਾਮਪਲ ਦਿੰਦੀ ਹਾਂ। ਜੇਕਰ ਮੈਂ ਗੱਲ ਕਰਾਂ, ਸ਼ੀ ਇਜ਼ ਬਿਊਟੀਫੁਲ ਐਜ਼ flower. My father is brave as lion. ਮਤਲਬ ਮੇਰੇ ਪਿਤਾ ਇੱਕ ਸ਼ੇਰ ਦੀ ਤਰ੍ਹਾਂ ਬਹਾਦਰ ਨੇ। ਠੀਕ ਹੈ, ਉਸੇ ਹੀ ਤਰ੍ਹਾਂ ਸ਼ੀ ਇਜ਼ ਬਿਊਟੀਫੁਲ ਐਜ਼ ਫਲਾਵਰ, ਇੱਕ ਸੋਹਣੇ ਫੁੱਲ ਦੀ ਤਰ੍ਹਾਂ ਉਹ ਕੀ ਹੈ? ਸੋਹਣੀ ਕੁੜੀ ਹੈ, ਬਿਊਟੀਫੁਲ। ਹੁਣ ਇੱਥੇ ਕੀ ਲੱਗ ਗਿਆ? ਐਜ਼। ਇੱਥੇ ਵੀ ਕੀ ਲੱਗ ਗਿਆ? ਐਜ਼। ਸੋ ਜਿੱਥੇ ਐਜ਼ ਆ ਗਿਆ, ਲਾਈਕ ਆ ਗਿਆ, ਉਹਨੂੰ ਆਪਾਂ ਕੀ ਕਹਿ ਦਾਂਗੇ? ਡਾਇਰੈਕਟ ਸਿਮਿਲੀ। ਠੀਕ ਹੈ, ਐਗਜ਼ਾਮਪਲ ਦੇਖ ਲਓ ਰਾਜੇ। ਹੋਰ ਐਗਜ਼ਾਮਪਲ, ਵਿਦਾਊਟ ਹਿਜ਼ ਸਪੈਕਟੈਕਲਸ ਦ ਪ੍ਰੋਫੈਸਰ ਵਾਜ਼ ਐਜ਼ ਬਲਾਈਂਡ ਐਜ਼ ਅ ਬੈਟ। ਮਤਲਬ ਉਹ ਆਪਣੇ ਚਸ਼ਮੇ ਤੋਂ ਬਿਨਾਂ ਜਿਵੇਂ ਬੈਟ ਨੂੰ ਨਹੀਂ ਪ੍ਰੋਪਰ ਕਲੀਅਰ ਦਿਖਦਾ, ਉਸੇ ਤਰ੍ਹਾਂ ਹੀ ਉਹ ਦੇਖ ਨਹੀਂ ਪਾਉਂਦੇ। ਕਿੰਦੀ ਗੱਲ ਕੀਤੀ? ਪ੍ਰੋਫੈਸਰ ਦੀ ਗੱਲ ਕੀਤੀ। ਇਜ਼ ਇਟ ਓਕੇ? ਪੁਆਇੰਟ ਕਲੀਅਰ ਹੈ ਰਾਜੇ? ਚਲੋ, ਸਿਮਿਲੀ ਵੀ ਕਲੀਅਰ ਹੋ ਗਿਆ। ਨੈਕਸਟ ਆਪਾਂ ਮੂਵ ਕਰਦੇ ਹਾਂ ਮੈਟਾਫਰ। ਹੁਣ ਤੁਸੀਂ ਇੱਕ ਚੀਜ਼ ਸੁਣੀ ਹੋਏਗੀ ਕਿ ਮੈਮ ਸਿਮਿਲੀ ਦਾ ਕੰਪੈਰੀਜ਼ਨ ਦੀ ਗੱਲ ਕਰਦੇ ਆ। ਇਹ ਵੀ ਜਸਟ ਸੇਮ ਲਾਈਕ ਕੰਪੈਰੀਜ਼ਨ ਹੈ, ਬਟ ਸਿਮਿਲੀ ਵਿੱਚ ਆਪਾਂ ਡਾਇਰੈਕਟ ਕੰਪੈਰੀਜ਼ਨ ਕਰਦੇ ਹਾਂ, ਇਹਦੇ ਵਿੱਚ ਆਪਾਂ ਇਨਡਾਇਰੈਕਟ ਕੰਪੈਰੀਜ਼ਨ ਕਰਦੇ ਹਾਂ। ਬਸ ਇੰਨਾ ਧਿਆਨ ਰੱਖਣਾ ਹੈ। A metaphor is an implied simile. ठीक है, in other words it is a simile without the word as or like. Point clear ਹੋ ਗਿਆ? ਸਿਮਿਲੀ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਰਾਜੇ, ਸਿਮਿਲੀ ਦੇ ਵਿੱਚ ਮੈਂ ਡਾਇਰੈਕਟ ਕੰਪੈਰੀਜ਼ਨ ਕਰ ਰਹੀ ਸੀ, ਡਾਇਰੈਕਟ ਕੰਪੈਰੀਜ਼ਨ। ਬਟ ਜੇਕਰ ਗੱਲ ਕਰੀਏ ਮੈਟਾਫਰ,
ਇਹਦੇ ਵਿੱਚ ਆਪਾਂ ਐਜ਼ ਤੇ ਲਾਈਕ ਲਗਾ ਕੇ ਕੰਪੈਰੀਜ਼ਨ ਨਹੀਂ ਕਰਦੇ, ਇਨਡਾਇਰੈਕਟ ਕੰਪੈਰੀਜ਼ਨ करते हैं। फॉर इंस्टेंस हर लवली वॉइस इज म्यूजिक टू हिज ईयर्स, मतलब ਇੰਨੀ ਕੋ ਸੋਹਣੀ ਆਵਾਜ਼ ਹੈ, ਸੁਣਨ ਨੂੰ ਹੀ ਬੜੀ ਮਧੁਰ ਜੀ ਲੱਗਦੀ ਹੈ। ਇੱਕ ਜੇਕਰ ਤੁਹਾਡੇ ਕੋਲ ਵੋਕੈਬ 'ਚ ਵੀ ਇੱਕ ਕੁਐਸਚਨ ਆ ਜਾਂਦਾ ਹੈ ਕਿ ਗੁੱਡ ਵੌਇਸ ਵਰਡ ਹੁੰਦਾ ਹੈ, ਮਤਲਬ ਕਿਸ ਕੋਈ ਪਰਸਨ ਸੁਰੀਲਾ ਗਾਉਂਦਾ ਹੈ, ਤਾਂ ਉਹਦੇ ਲਈ ਆਪਾਂ ਗੁੱਡ ਵੌਇਸ ਯੂਜ਼ ਕਰਾਂਗੇ, ਗ੍ਰੇਟ ਵੌਇਸ ਯੂਜ਼ ਕਰਾਂਗੇ ਜਾਂ ਮੈਲੋਡੀਅਸ ਵੌਇਸ। ਤਾਂ ਵੌਇਸ ਦੇ ਲਈ ਆਪਾਂ ਜਿਵੇਂ ਇੱਕ ਵੋਕੈਬ ਦਾ ਵਰਡ ਯੂਜ਼ ਕਰਦੇ ਹਾਂ, ਅੱਛੀ ਵੌਇਸ ਹੋਏ, ਦੈਟ ਇਜ਼ ਅ ਮੈਲੋਡੀਅਸ ਵੌਇਸ। ਪॉइंट क्लियर होया। उसी ही तरह बुक्स आर कीज टू योर इमेजिनेशन, ठीक है जी, बुक्स आर कीज टू योर इमेजिनेशन, दैट इज नोन एज अ मेटाफर। सिमिली दे विच डायरैक्ट कंपैरिजन हुंदा, मेटाफर च डायरैक्ट कंपैरिजन नहीं हुंदा। एज ते आपां लाइक वर्ड यूज नहीं करते। सो जिन्ना बच्चों ने अपने ग्रुप ਨੂੰ ਫ੍ਰੀ WhatsApp ਗਰੁੱਪ ਨੂੰ ਜੁਆਇਨ ਨਹੀਂ ਕਰਿਆ ਰਾਜੇ ਕਰ ਲੈਣਾ। ETT SST ਮੈਥ ਸਾਇੰਸ ਸਪੈਸ਼ਲ ਐਡੂਕੇਟਰ ਆਰਟ ਐਂਡ ਕਰਾਫਟ ਫਿਜ਼ੀਕਲ ਐਜੂਕੇਸ਼ਨ ਅਕੋਰਡਿੰਗ ਟੂ ਯਰ ਪ੍ਰੈਫਰੈਂਸ ਤੁਸੀਂ ਇਸ QR ਕੋਡ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਆਪਣੀ ਜਿਹੜੀ PS TET ਦੀ ਬੁੱਕਸ ਹੈ ਜਿੰਦੀ ਵੈਲਿਡਿਟੀ ਲਾਈਫ ਟਾਈਮ ਹੈ, ਸਿਰਫ ਓਨਲੀ ₹1 ਦੇ ਵਿੱਚ ਤੁਹਾਨੂੰ ਅਵੇਲੇਬਲ ਹੋਏਗੀ। ਇਸ QR ਕੋਡ ਤੇ ਤੁਸੀਂ ਸਕੈਨ ਕਰ ਲੈਣਾ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਨੈਕਸਟ ਆਪਣਾ ਜਿਹੜਾ ਲਿਟਰੇਰੀ ਡਿਵਾਈਸ ਹੈ ਦੈਟ ਇਜ਼ ਅ ਪਨ। It is a figure of speech where one word has a two meaning। ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਗੱਲ ਦੇ ਨਾ ਦੋ ਮੀਨਿੰਗ ਕੱਢੇ ਜਾਂਦੇ ਨੇ, ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਹੁਣ ਬੋਲਣ ਦਾ ਵੇ ਦੇਖਿਆ ਜਾਂਦਾ ਹੈ ਕਿ ਹਾਂ ਕਿਸ ਬਿਹਾਵ ਤੇ ਗੱਲ ਕੀਤੀ ਗਈ ਹੈ, ਜਾਂ ਇੱਕ ਅਗਲੇ ਪਰਸਨ ਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਗੱਲ ਨੂੰ ਪੋਜ਼ਿਟਿਵ ਲੈ ਕੇ ਗਏ ਹੋ ਕਿ ਨੈਗੇਟਿਵ ਲੈ ਕੇ ਗਏ ਹੋ। ਬਟ ਇਹਦੇ ਵਿੱਚ ਪਨ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਹੀ ਗੱਲ ਦੇ ਜਾਂ ਇੱਕੋ ਹੀ ਵਰਡ ਦੇ ਦੋ ਮੀਨਿੰਗ ਹੋਣੇ। ਕਿਵੇਂ? ਧਿਆਨ ਨਾਲ ਦੇਖਿਓ। ਟੂ ਰਾਈਟ ਵਿਦ ਦ ਬ੍ਰੋਕਨ ਪੈਨਸਿਲ ਇਜ਼ ਅ ਪੁਆਇੰਟਲੈਸ। ਹੁਣ ਵੇਖੋ, ਜੇਕਰ ਕੋਈ ਪੈਨਸਿਲ ਟੁੱਟੀ ਹੋਈ ਹੈ, ਬ੍ਰੋਕਨ ਹੈ, ਤਾਂ ਪੁਆਇੰਟਲੈਸ ਹੈ। ਪੁਆਇੰਟਲੈਸ ਦਾ ਜੇਕਰ ਮੈਂ ਗੱਲ ਕਰਾਂ ਰਾਜੇ, ਪੁਆਇੰਟਲੈਸ ਦਾ ਮੀਨਿੰਗ ਕੀ ਹੁੰਦਾ ਹੈ? ਪੁਆਇੰਟਲੈਸ ਵਿਦਆਊਟ ਐਨੀ ਪੁਆਇੰਟ, ਠੀਕ ਹੈ, ਜਿੰਦਾ ਕੋਈ ਵੀ ਪੁਆਇੰਟ ਨਹੀਂ ਹੈ, ਵਿਦਆਊਟ ਐਨੀ ਪੁਆਇੰਟ। ਜਾਂ ਇੱਕ ਹੋਰ ਮੈਨੂੰ ਕੀ ਕਹਿ ਸਕਦੇ ਹਾਂ, ਯੂਜ਼ਲੈਸ ਹੈ, ਮੇਰੇ ਲਈ ਬਿਲਕੁਲ ਯੂਜ਼ਲੈਸ ਹੈ, ਇਹਨੂੰ ਆਪਾਂ ਕਹਿ ਦਾਂਗੇ ਪੁਆਇੰਟਲੈਸ, ਠੀਕ ਹੈ। ਉਸੇ ਹੀ ਤਰ੍ਹਾਂ ਅ ਹੋਰਸ ਇਜ਼ ਅ ਵੈਰੀ ਸਟੇਬਲ ਐਨੀਮਲ। ਹੁਣ ਇਹਦੇ ਵਿੱਚ ਜਿਹੜਾ ਸਟੇਬਲ ਦਾ ਮਤਲਬ ਹੈ, ਸਟੇਬਲ ਦਾ ਮਤਲਬ ਕੀ ਹੁੰਦਾ? ਇੱਕ ਜਗ੍ਹਾ ਤੇ ਜਿਹੜੀ ਚੀਜ਼ ਰੁਕੀ ਹੋਈ ਹੈ, ਫਿਕਸ ਹੈ, ਠੀਕ ਹੈ। ਸਟੇਬਲ ਸਟਰੋਂਗ ਦੇ ਲਈ ਵੀ ਆਪਾਂ ਵਰਡ ਯੂਜ਼ ਕਰ ਦਿੰਦੇ ਹਾਂ, ਜਾਂ ਫਿਰ ਜਿੱਥੇ ਹੋਰਸਿਸ ਬੰਨੇ ਜਾਂਦੇ ਨੇ ਜਾਂ ਰੱਖੇ ਜਾਂਦੇ ਨੇ ਉਸ ਜਗ੍ਹਾ ਫਿਕਸ ਕੀਤੀ ਗਈ ਉਹਦੇ ਲਈ ਆਪਾਂ ਯੂਜ਼ ਕਰ ਦਿੰਦੇ ਹਾਂ। ਅ ਹੋਰਸ ਇਜ਼ ਅ ਵੈਰੀ ਸਟੇਬਲ ਐਨੀਮਲ, ਠੀਕ ਹੈ। ਇਹਨੂੰ ਜਿਹੜੇ ਵੀ ਕੰਡੀਸ਼ਨ 'ਚ ਰੱਖਣਾ ਚਾਹੋ, ਜਿਹੜੀ ਵੀ ਸਟਰੋਂਗ ਸਿਚੁਏਸ਼ਨ 'ਚ ਰੱਖਣਾ ਚਾਹੋ, ਰੱਖਿਆ ਜਾ ਸਕਦਾ ਹੈ। ਪੁਆਇੰਟ ਕਲੀਅਰ ਹੋਇਆ ਰਾਜੇ? Is it okay? Place where horses lives, ਆ ਵੀ ਲਿਖਣਾ ਤਾਂ ਲਿਖ ਲਿਆ ਜੇ, ਬਟ ਇੱਕੋ ਗੱਲ ਦੇ ਜਦੋਂ ਦੋ ਮੀਨਿੰਗ ਦੀ ਗੱਲ ਹੋਏਗੀ ਤੁਹਾਨੂੰ ਆਪਾਂ ਪਨ ਕਹਾਂਗੇ। ਆਈ ਹੋਪ ਕਿ ਆ ਵਾਲਾ ਪੁਆਇੰਟ ਵੀ ਕਲੀਅਰ ਹੋ ਗਿਆ ਹੋਏਗਾ। ਹੁਣ ਤੱਕ ਆਪਾਂ 3 ਲਿਟਰੇਰੀ ਡਿਵਾਈਸ ਡਿਸਕਸ ਕਰ ਲਏ। ਫਸਟ ਸਿਮਿਲੀ, ਸੈਕਿੰਡ ਮੈਟਾਫਰ, ਥਰਡ ਆਪਣਾ ਪਨ। ਬਹੁਤ ਈਜ਼ੀ ਨੇ। ਸਿਮਿਲੀ ਦੇ ਵਿੱਚ ਆਪਾਂ ਲਾਈਕ ਐਜ਼ ਲਗਾ ਕੇ ਕੰਪੈਰੀਜ਼ਨ ਕਰਦੇ ਹਾਂ, ਮੈਟਾਫਰ ਦੇ ਵਿੱਚ ਇਨਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ, ਠੀਕ ਹੈ। ਬਟ ਪਨ ਦੇ ਵਿੱਚ ਆਪਾਂ ਕੀ ਹੈ, ਦੋ ਚੀਜ਼ਾਂ ਦੇ ਵਿਚਕਾਰ ਦੇ ਮੀਨਿੰਗ ਦੀ ਗੱਲ ਕਰਦੇ ਹਾਂ, ਮਤਲਬ ਇੱਕੋ ਹੀ ਵਰਡ ਦੇ ਦੋ ਮੀਨਿੰਗ ਨਿਕਲਨੇ। ਨੈਕਸਟ ਜਿਹੜਾ ਆਪਣੇ ਕੋਲ ਫਿਗਰ ਆਫ ਸਪੀਚ ਹੈ ਰਾਜੇ, ਦੈਟ ਇਜ਼ ਅ ਟਿਊਟੋਲੋਜੀ। ਟੋਟੋਲੋਜੀ। ਨੈਕਸਟ ਵੇਅਰ ਟੂ ਵਰਡਸ ਹੈਵ ਅ ਵਨ ਮੀਨਿੰਗ। ਪਨ ਦੇ ਵਿੱਚ ਆਪਾਂ ਪੜਿਆ ਸੀ ਕਿ ਇੱਕ ਵਰਡ ਦੇ ਦੋ ਮੀਨਿੰਗ ਨਿਕਲਨੇ, ਬਟ ਇੱਥੇ ਕੀ ਕਹਿ ਰਹੇ ਨੇ, ਦੋ ਅਲੱਗ-ਅਲੱਗ ਵਰਡ ਦਾ ਸਿਰਫ ਇੱਕੋ ਮੀਨਿੰਗ ਹੋਣਾ। ਐਗਜ਼ਾਮਪਲ ਦੇ ਨਾਲ ਚੀਜ਼ਾਂ ਸਮਝ ਆਣਗੀਆਂ। ਪਲੀਜ਼ ਰਿਪੀਟ ਦੈਟ ਅਗੇਨ। ਹੁਣ ਤੁਸੀਂ ਇਹ ਨਾ ਬੜੀ ਕਾਮਨ ਗਲਤੀ ਕੀਤੀ ਹੈ, ਮੈਨੂੰ ਵੀ ਯਾਦ ਹੈ ਆਪਣੇ ਟਾਈਮ ਦੇ ਵਿੱਚ ਜਦੋਂ ਆਪਾਂ ਬੈਡਮਿੰਟਨ ਵਗੈਰਾ ਖੇਡਦੇ ਹੁੰਦੇ ਸੀ, ਆਪਾਂ ਕਹਿੰਦੇ ਇੱਕ ਵਾਰੀ ਦੁਬਾਰਾ, ਜਿਹੜੀ ਚਿੜੀ ਹੈ ਹਨਾ, ਉਹਨੂੰ ਸੱਟ ਦੋ, ਇੱਕ ਵਾਰੀ ਦੁਬਾਰਾ, ਇੱਕ ਵਾਰੀ ਦੁਬਾਰਾ। ਜਾਂ ਜਦੋਂ ਕੋਈ ਵੀ ਡਾਊਟ ਹੁੰਦਾ ਸੀ ਆਪਾਂ ਕਹਿੰਦੇ ਸੀ ਨਾ, ਮੈਮ ਮੈਨੂੰ ਸਮਝ ਹੀ ਨਹੀਂ ਆਇਆ, ਦੁਬਾਰਾ ਰਿਪੀਟ ਕਰ ਦਿਓ। ਦੁਬਾਰਾ ਦਾ ਮਤਲਬ ਕੀ ਹੁੰਦਾ ਹੈ ਕਿ ਦੁਬਾਰਾ ਐਕਸਪਲੇਨ ਕਰ ਦਿਓ। ਰਿਪੀਟ ਦਾ ਮਤਲਬ ਵੀ ਕੀ ਹੁੰਦਾ ਹੈ, ਦੁਬਾਰਾ, ਹੈ ਨਾ, ਫਿਰ ਤੋਂ। ਉਸੇ ਹੀ ਤਰ੍ਹਾਂ ਕੀ ਕਹਿ ਰਹੇ ਨੇ, ਪਲੀਜ਼ ਰਿਪੀਟ ਦੈਟ ਅਗੇਨ। ਰਿਪੀਟ ਦਾ ਮਤਲਬ ਵੀ ਕੀ ਹੁੰਦਾ ਕਿ ਇੱਕ ਵਾਰੀ ਦੁਹਰਾਇਆ ਜਾਏ, ਤਾਂ ਅਗੇਨ ਦਾ ਮਤਲਬ ਕੀ ਹੈ, ਇੱਕ ਵਾਰੀ ਫਿਰ। ਸੋ ਦੋ ਅਲੱਗ-ਅਲੱਗ ਵਰਡ ਦਾ ਜਿਹੜਾ ਹੈ ਇੱਕੋ ਹੀ ਮੀਨਿੰਗ ਨਿਕਲੇ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਟਿਊਟੋਲੋਜੀ। ਮਾਈ ਫਰਸਟ ਪ੍ਰਾਇੋਰਿਟੀ ਇਜ਼ ਟੂ ਗੈਟ ਅ ਗੁੱਡ ਜੌਬ। ਮਾਈ ਫਰਸਟ,
ਹੁਣ ਫਰਸਟ ਦਾ ਮਤਲਬ ਕੀ ਹੁੰਦਾ ਹੈ ਕਿ ਮੇਰੀ ਪਹਿਲੀ ਪ੍ਰਾਇੋਰਟੀ ਹੈ, ਤੇ ਪ੍ਰਾਇੋਰਟੀ ਦਾ ਮਤਲਬ ਕੀ ਹੈ, ਜਿਹੜੀ ਚੀਜ਼ ਮੇਰੀ ਫਰਸਟ ਨੰਬਰ ਤੇ ਹੈ ਉਹਨੂੰ ਹੀ ਆਪਾਂ ਪ੍ਰਾਇੋਰਟੀ ਕਹਿੰਦੇ ਆ। ਇਹਨੂੰ ਛੱਡੋ, ਇਹਨੂੰ ਐਵੇਂ ਪੜੋ, ਮਾਈ ਪ੍ਰਾਇੋਰਟੀ ਇਜ਼ ਟੂ ਗੈਟ ਅ ਗੁੱਡ ਜੌਬ। ਮੇਰੀ ਪਹਿਲੀ ਪ੍ਰੈਫਰੈਂਸ ਜਾਂ ਮੇਰੀ ਪ੍ਰਾਇੋਰਟੀ ਜਾਂ ਜਿਹਨੂੰ ਸਭ ਤੋਂ ਮੈਂ ਵੱਧ ਅਹਿਮੀਅਤ ਦੇਣਾ ਉਹ ਕੌਣ ਹੈ, ਮੇਰੀ ਗੁੱਡ ਜੌਬ, ਅੱਛੀ ਜੌਬ। ਤੇ ਫਰਸਟ ਤੇ ਪ੍ਰਾਇੋਰਟੀ ਦੋਨੋਂ ਹੀ ਸੇਮ ਮੀਨਿੰਗ ਹੈ। ਪੁਆਇੰਟ ਕਲੀਅਰ ਹੋਇਆ? ਬਹੁਤ ਈਜ਼ੀ ਸੀ, ਕੁਛ ਵੀ ਇੰਨਾ ਡਿਫਿਕਲਟ ਨਹੀਂ ਹੈ ਰਾਜੇ, ਬਸ ਜਸਟ ਇੱਕ ਤੁਹਾਡਾ ਪੁਆਇੰਟ ਆਫ ਵਿਊ ਹੈ ਕਿ ਕਿਸੇ ਚੀਜ਼ ਨੂੰ ਲੈ ਕੇ। ਤੇ ਇੱਕ ਗੱਲ ਹੋਰ ਯਾਦ ਰੱਖਿਆ ਜੇ, ਜੇਕਰ ਮੈਂ ਲਿਟਰੇਰੀ ਡਿਵਾਈਸ ਜਾਂ ਫਿਗਰ ਆਫ ਸਪੀਚ ਜਾਂ ਫਿਰ ਰਿਟੋਰੀਕਲ ਡਿਵਾਈਸ ਤੁਹਾਨੂੰ ਮੈਂ ਕਰਵਾ ਰਹੀ ਹਾਂ, ਇਹਦੇ ਪਿੱਛੇ ਇੱਕ ਰੀਜ਼ਨ ਹੈ। ਰੀਜ਼ਨ ਕੀ ਹੈ ਕਿ 1 ਨੰਬਰ ਦਾ ਕੰਮ ਇਹਦੇ ਵਿੱਚੋਂ ਡੈਫੀਨਿਟਲੀ ਆਉਣਾ ਹੈ। ਸ਼ਾਇਦ ਉਹ ਪੋਇਮ ਦੇ ਵਿੱਚੋਂ ਕੁਐਸਚਨ ਪੁੱਛ ਕੇ ਡਾਇਰੈਕਟ ਪੁੱਛ ਲੈਣ ਕਿ ਆਹ ਵਾਲੀ ਜਿਹੜੀ ਲਾਈਨਸ ਹੈ ਇਹਦੇ ਵਿੱਚ, ਇਸ ਲਾਈਨ ਦੇ ਵਿੱਚ ਐਸ ਤੇ ਲਾਈਕ ਲੱਗੇ ਤਾਂ ਇਹਦਾ ਮੀਨਿੰਗ ਕੀ ਹੈ, 4 ਆਪਸ਼ਨਸ ਦੇ ਕੇ, ਜਾਂ ਫਿਰ ਪੋਇਮ ਦੇ ਨਾਲ ਨਾ ਦੇ ਕੇ ਡਾਇਰੈਕਟ ਪੁੱਛ ਸਕਦੇ ਨੇ ਕਿ ਸਿਮਿਲੀ ਕੀ ਹੁੰਦਾ, ਮੈਟਾਫਰ ਕੀ ਹੁੰਦਾ, ਅਕੋਰਡਿੰਗ ਟੂ 4 ਆਪਸ਼ਨਸ ਦੇ ਕੇ। ਠੀਕ ਹੈ, ਸੋ 1 ਨੰਬਰ ਦਾ ਤਾਂ ਕੰਮ, ਘੱਟ ਤੋਂ ਘੱਟ 1 ਨੰਬਰ ਦਾ ਕੰਮ ਤਾਂ ਡੈਫੀਨਿਟਲੀ ਇੰਗਲਿਸ਼ ਪੈਡਾਗੋਜੀ 'ਚ ਪਿਆ ਰਾਜੇ, ਇਸ ਚੈਪਟਰ ਦੇ ਵਿੱਚੋਂ। ਇਸ ਚੈਪਟਰ ਕਹਿ ਰਹੀ ਹਾਂ ਮੈਂ, ਇਸ ਸਲਾਈਡ ਨਹੀਂ ਕਹਿ ਰਹੀ, ਇਸ ਚੈਪਟਰ 'ਚੋਂ। ਸੋ ਆਪਣੇ ਕੋਲ ਹਾਰਡਲੀ ਕੋਈ 15-20 ਹੋਣਗੇ, ਆਪਾਂ ਇੱਕ ਵਾਰੀ ਰਿਵਾਈਜ਼ ਕਰ ਲੈਣਾ, ਡੇਲੀ ਦੇ ਆਪਾਂ 4-4 ਪੜ੍ਹ ਲੈਂਦੇ ਹਾਂ, ਕੋਈ ਕੰਮ ਔਖਾ ਲੱਗਦਾ ਹੀ ਨਹੀਂ। ਜਸਟ ਤੁਹਾਡੇ ਲਈ ਕਰਨ ਨੂੰ ਕੀ ਹੈ, ਮੈਂ 2-3 ਘੰਟੇ ਦਾ, 2-3 ਵੀ ਘੰਟੇ ਕੀ ਜ਼ਿਆਦਾ ਨਹੀਂ, ਹਾਰਡਲੀ ਘੰਟੇ ਦੇ ਵਿੱਚ ਸਾਰੇ ਕਰਵਾ ਕੇ, ਅੱਧੇ ਘੰਟੇ 'ਚ ਰਿਵਾਈਜ਼ ਕਰਵਾ ਕੇ ਅੱਧੇ ਘੰਟੇ ਕੁਐਸਚਨ ਕਰਵਾ ਸਕਦੀ ਹੈ। ਬਟ ਨਹੀਂ, ਮੈਨੂੰ ਇਹ ਕਿ ਤੁਸੀਂ ਆਰਾਮ ਨਾਲ ਨੋਟਸ ਵੀ ਬਣਾਓ, ਲਰਨ ਵੀ ਕਰੋ, ਤਾਂ ਕਿ ਬਾਅਦ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਭੁੱਲਣ ਨਾ ਤੇ ਪੇਪਰ ਦੇ ਲਈ ਪੱਕੀਆਂ ਹੋ ਜਾਣ। ਠੀਕ ਹੈ ਰਾਜੇ, ਸਾਰਿਆਂ ਨੂੰ ਇੰਨੀ ਗੱਲ ਕਲੀਅਰ ਹੈ? ਅੱਜ ਦੇ ਇਹੀ ਆਪਾਂ 4 ਆਪਣੇ ਲਿਟਰੇਰੀ ਡਿਵਾਈਸ ਰੱਖਦੇ ਹਾਂ। ਠੀਕ ਹੈ, ਬਸ ਰਿਵਾਈਜ਼ ਕਰ ਲੈਣਾ। ਸਿਮਿਲੀ ਦੇ ਵਿੱਚ ਕੰਪੈਰੀਜ਼ਨ ਹੁੰਦਾ ਹੈ, ਐਜ਼ ਤੇ ਲਾਈਕ ਲਗਾ ਕੇ। ਮੈਟਾਫਰ ਦੇ ਵਿੱਚ ਇਨਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ। ਨੈਕਸਟ ਆਪਾਂ ਪਨ ਦੀ ਗੱਲ ਕਰਦੇ ਹਾਂ। ਪਨ ਦੇ ਵਿੱਚ ਕੀ, ਇੱਕ ਵਰਡ ਦੇ 2 ਮੀਨਿੰਗ ਹੁੰਦੇ ਨੇ, ਬਟ ਟਰਟੋਲੋਜੀ ਦੇ ਵਿੱਚ 2 ਵਰਡਸ ਦੇ ਸਿਰਫ ਇੱਕੋ ਮੀਨਿੰਗ ਹੁੰਦਾ ਹੈ। ਤੇ ਇਹ ਤਾਂ ਕਾਮਨ, ਤੁਸੀਂ ਛੋਟੇ ਹੁੰਦੇ ਤੋਂ ਹੁਣ ਤੱਕ ਇਹ ਗੱਲਾਂ ਕਰਦੇ ਹੀ ਆ ਰਹੇ ਹੋ। ਠੀਕ ਹੈ, ਕਿ ਮੈਮ ਸਮਝ ਨਹੀਂ ਆਇਆ, ਇੱਕ ਵਾਰੀ ਦੁਬਾਰਾ ਸਮਝਾ ਦਿਓ ਜਾਂ ਰਿਪੀਟ ਕਰ ਦਿਓ, ਐਵੇਂ ਦੇ ਵਰਡਸ। ਸੋ ਜਿੰਨਾ ਬੱਚੇ ਨੇ ਆਪਣੇ ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਆਪਣੇ ਵਟਸਐਪ, ਮਤਲਬ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਨਹੀਂ ਕਰਿਆ ਰਾਜੇ, ਇਹਨਾਂ ਨੂੰ ਜੁਆਇਨ ਕਰ ਲੈਣਾ। ਬਾਕੀ ਫ੍ਰੀ ਵਟਸਐਪ ਗਰੁੱਪ ਦੇ ਲਈ ਤੁਸੀਂ ਡਾਇਰੈਕਟ ਵੀ ਜੇਕਰ ਮੈਸੇਜ ਕਰਕੇ ਆਪਣਾ ਸਾਰਾ ਫਾਰਮ ਫਿਲ ਕਰਕੇ ਸੈਂਡ ਕਰ ਦੋਗੇ ਤਾਂ ਤੁਹਾਨੂੰ ਜੁਆਇਨ ਕਰਵਾ ਦਿੱਤਾ ਜਾਏਗਾ। ਠੀਕ ਹੈ ਐਵਰੀਵਨ, ਸੋ ਅੱਜ ਦਾ ਸੈਸ਼ਨ ਆਪਾਂ ਇੰਨਾ ਹੀ ਰੱਖਦੇ ਹਾਂ। ਥੈਂਕ ਯੂ ਐਵਰੀਵਨ। ਬਹੁਤ ਜਲਦੀ ਜਦੋਂ ਇਹ ਸਾਰੇ ਲਿਟਰੇਰੀ ਡਿਵਾਈਸ ਕੰਪਲੀਟ ਹੋ ਗਏ, ਆਫਟਰ ਦੈਟ ਆਪਾਂ ਇਹਨਾਂ ਦੇ ਕੁਐਸਚਨਸ ਵੀ ਲੈ ਕੇ ਆਵਾਂਗੇ। ਥੈਂਕ ਯੂ ਕਲਾਸ, ਹੈਵ ਅ ਗੁੱਡ ਡੇ, ਗੋਡ ਬਲੈਸ ਯੂ।